सांसद हैगे हो फरीदकोट तो तुसीं लगदा है कि तुहानू बॉस जिहड़ा हैगा उत्थे दे विधायक समझ रहे ने? गल है जी, ये अपनी अपनी समझ ते गल है। वो उत्थों का विधायक वो मैनू की समझते हैं, वो की वो जानते हैं, वो मैनू या किसी सारी दुनिया को की समझते हैं। मैं उन्होंने बारे में तो कुछ नहीं कह सकता। हाँ, इन्ना जरूर है भी मेरे हल्के च उन्होंने दखलअंदाजी बहुत ज़्यादा है जी कि बर्दाश्त तो बाहर है, इस करके मैंने इत्थे आना पिया। ਕਿੱਕੀ ਢਿੱਲੋਂ ਕਹਿੰਦੇ ਨੇ ਕਿ ਤੁਸੀਂ ਅਕਾਲੀਆਂ ਦੀ ਮਦਦ ਕਰਦੇ ਹੈਗੇ ਹੋ, ਉਹ ਤੁਹਾਡੇ ਉੱਤੇ ਇਲਜ਼ਾਮ ਲਗਾਉਂਦੇ ਹੋ। ਤੁਸੀਂ ਕਹਿ ਰਹੇ ਹੋ ਕਿ ਉਹ ਜਮਹੂਰੀਅਤ ਦਾ ਘਾਣ ਕਰ ਰਹੇ ਨੇ, ਉਹਨਾਂ ਨੇ ਧੱਕਾ ਕਰ ਦਿੱਤਾ, ਉਹਨਾਂ ਨੇ ਆਪਣਾ ਮੈਂਬਰ ਜਿਹੜਾ ਹੈਗਾ ਉਹ ਨਿਯੁਕਤ ਕਰ ਦਿੱਤਾ। ਤਾਂ ਇਹ ਕਾਂਗਰਸ ਦੇ ਵਿੱਚ ਜਿਹੜਾ ਇਹ ਕਲੇਸ਼ ਵਧਿਆ ਹੋਇਆ ਹੈ, ਹੁਣ ਇਹਨੂੰ ਕਿਵੇਂ ਵੇਖਦੇ ਹੈਗੇ? ਉਹ ਤੁਹਾਡੇ ਤੇ ਇਲਜ਼ਾਮ ਲਾਈ मेरी समझ नहीं आती बई एक अकालियां चो आया हुआ बंदा है जी, वो मैनू किवें कह सकता भी मैं अकालियां की मदद कर रहा। बड़ी अजीब गल है, बहुत ही अजीब गल है जी। कोई मेरे ते उंगल करके देखे या अपनी पीढ़ी थले सोटा फेर के देख लेन वो कित्थों आए ने, खानदानी की ने, या तो अपनी छोटी पीढ़ी थले सोटा फेर या फिर मैनू दस देन भी मैं कदों अकालियां दे कोल गया सीगा, मैं दस देन मैनू है जी, मैं अज ही इस्तीफा दे दूंगा। ਲੱਗਦਾ ਹੁਣ ਵੀ ਇਹ ਮਦਦ ਕਰ ਰਹੇ ਹੈਗੇ ਨੇ ਅਕਾਲੀਆਂ? देखो जी, चोर चोरी तो चला जाता, हेरा फेरी तो नहीं जाता होंदा। ਜਿਹੜੀਆਂ ਆਦਤਾਂ ਪਹਿਲਾਂ ਪਈਆਂ ਹੋਈਆਂ ਨੇ ਨਾ, ਉਹਨਾਂ ਨੂੰ ਛੱਡਣਾ ਬਹੁਤ ਔਖਾ ਹੁੰਦਾ, ਬਹੁਤ ਔਖਾ ਹੁੰਦਾ, ਬਹੁਤ ਬੜਾ ਮੁਸ਼ਕਿਲ ਹੈ ਜੀ। ਜੇ ਕਹਿ ਵੀ ਦੇਵੋਗੇ ਜੀ ਕਰਕੇ ਹਟ ਜਾਣਗੇ, ਛੱਡਣਾ ਬਹੁਤ ਮੁਸ਼ਕਿਲ, ਮੈਨੂੰ ਪਤਾ ਇਸ ਗੱਲ ਦਾ। ਤੁਹਾਨੂੰ ਲੱਗਦਾ ਕਿ ਅਜੇ ਵੀ ਉਹ ਸਹਿਮਤੀ ਜਿਹੜੀ ਹੈਗੀ ਅਕਾਲੀਆਂ ਦੇ ਨਾਲ ਰਲੀ ਮਿਲੀ ਜਿਹੜੀ ਭੁਗਤ ਹੈਗੀ ਆ ਉਹ ਅਜੇ ਵੀ ਚੱਲ ਰਹੀ ਹੈ? ਜੇ ਤਾਂ ਇਕੱਲੇ ਅਕਾਲੀਆਂ 'ਚੋਂ ਆਏ ਹੁੰਦੇ ਤਾਂ ਵੀ ਮੈਂ ਕਹਿ ਸਕਦਾ ਪਤਾ ਨਹੀਂ ਕਿਹੜੀ ਕਿਹੜੀ ਪਾਰਟੀ 'ਚੋਂ ਆਏ ਨੇ। ਅਕਾਲੀ ਦਾ ਦਲ ਤਾਂ ਇਕੱਲੇ ਹੀ ਦਲ ਹੈ ਨਾ, ਪਤਾ ਨਹੀਂ ਕਿਹੜੀ ਦਲਦਲ 'ਚੋਂ ਨਿਕਲੇ ਹੋਏ ਨੇ, ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈਗੀ। ਇਹ ਦੂਜੇ 'ਤੇ ਇਲਜ਼ਾਮ ਲਾਉਂਦੇ ਨੇ, ਇਹ ਮਾੜੀ ਗੱਲ ਹੈ। ਜੋ ਸਿੰਘ ਸਿੱਧੂ ਨੇ ਆਪਣਾ ਹੀ ਜਿਹੜਾ ਹੈਗਾ ਮੋਰਚਾ ਖੋਲ੍ਹ ਦਿੱਤਾ ਹੈਗਾ, ਰੋਜ਼ ਹਮਲੇ ਹੁੰਦੇ ਹੈਗੇ ਨੇ, ਲੱਗਦਾ ਹੈਗਾ ਤੁਹਾਨੂੰ ਕਿ ਕਮੀ ਰਹੀ ਹੈਗੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਇਸ ਦੇ ਵਿੱਚ? ਮੈਂ ਕਿਸੇ ਉੱਤੇ किंतु परंतु तो नहीं करूँगा, पर मैं इन्ना जरूर कहूँगा भी ਜਿਹੜੇ लोग इल्ज़ाम ला रहे हैं वो कैबिनेट 'ਚ ਰਹੇ ਨੇ, ਉਹ ਉਦੋਂ ਵੀ ਕਹਿ ਸਕਦੇ ਸੀ ਜੀ ਜੋ ਹੋ ਰਿਹਾ ਗਲਤ ਹੋ ਰਿਹਾ, ਉਹ ਕਹਿ ਸਕਦੇ ਸੀਗੇ। ਜਿਹੜੇ ਸਾਥੀ ਨੇ ਕੈਬਨਿਟ ਦੇ ਮੰਤਰੀ ਨੇ ਹੈ ਜੀ, ਉਹ ਕਹਿ ਸਕਦੇ ਸੀ ਵੀ ਗਲਤ ਹੋ ਰਿਹਾ। ਉਹ ਜਦੋਂ ਤੁਸੀਂ ਬਾਹਰ ਨਿਕਲ ਜਾਂਦੇ ਹੋ ਫਿਰ ਢੰਡੋਰਾ ਪਿੱਟਣ ਲੱਗ ਜਾਂਦੇ ਹੋ, ਇਹ ਅੱਛਾ ਨਹੀਂ ਹੈ, ਠੀਕ ਨਹੀਂ ਹੈ। ਤੁਸੀਂ ਉਸ ਹਾਂ ਉਸ ਵੇਲੇ ਗੱਲ ਕਰਦੇ ਨਾ, ਉਹਦੇ 'ਚ ਵਜ਼ਨ ਹੁੰਦਾ। ਤੁਹਾਨੂੰ ਕੋਈ ਆਇਆ ਹੁਣ ਤੱਕ ਬੁਲਾਵਾ ਕਿਸੇ ਸਾਂਸਦ ਦੇ ਵੱਲੋਂ, ਕਿਸੇ ਐਮਐਲਏ ਦੇ ਵੱਲੋਂ ਕਿ ਆਓ ਆਪਾਂ ਮੀਟਿੰਗ ਕਰਦੇ ਹੈਗੇ? ਕਿਉਂਕਿ ਕੌਂਸਟੀਟੂਐਂਸੀ ਤਾਂ ਤੁਹਾਡੀ ਹੈਗੀ ਆ ਨਾ, ਇੱਕ ਦੁਖਾਂਤ ਤਾਂ ਉਸੇ ਕੌਂਸਟੀਟੂਐਂਸੀ ਦੇ ਵਿੱਚ ਵਾਪਰਦਾ ਹੈਗਾ, ਉਸ ਦੇ ਵਿੱਚੋਂ ਲੋਕ ਇਨਸਾਫ ਦੀ ਮੰਗ ਕਰਦੇ ਹੈਗੇ ਨੇ। ਔਰ ਜੇਕਰ ਇੱਦਾਂ ਹੀ ਚੱਲਦਾ ਰਿਹਾ 2022 ਦੇ ਵਿੱਚ ਕਾਂਗਰਸੀ ਵਿਧਾਇਕ ਆਪ ਕਹਿ ਰਹੇ ਨੇ, ਮੰਤਰੀ ਆਪ ਕਹਿ ਰਹੇ ਨੇ ਸਾਡਾ ਪਿੰਡਾਂ ਦੇ ਵਿੱਚ ਵੜਨਾ ਔਖਾ ਹੋ ਜਾਣਾ। ਸਰ ਗੱਲ ਇਹ ਹੈ, ਮੈਂ ਤੁਹਾਨੂੰ ਸਿੱਧੀ ਜੀ ਗੱਲ ਦੱਸਦਾ, ਜੇ ਮੈਂ ਕੋਈ ਗੱਲ ਕਹਿਤੀ ਫਿਰ ਤੁਸੀਂ ਉਹਦਾ ਨਾਂ ਦੱਸੋ। ਕਈ ਗੱਲਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਜ਼ਬਾਨ ਤੋਂ ਨਹੀਂ ਕੱਢਣੀਆਂ ਚਾਹੀਦੀਆਂ। ਮੈਨੂੰ ਇੱਕ ਫੋਨ ਆਇਆ, ਜਦੋਂ ਫੋਨ ਆਇਆ ਉਹ ਮੇਰੇ ਇਲਾਕੇ ਦਾ ਹੀ ਸੀਗਾ, ਉਹਨਾਂ ਨੇ ਕਿਸੇ ਮੰਤਰੀ ਜੀ ਨਾਲ ਗੱਲ ਕੀਤੀ ਹੋਣੀ ਆ ਵੀ ਸਦੀਕ ਸਾਊ ਬੰਦਾ ਹੈ, ਉਹਦੇ ਨਾਲ ਚੰਗੀ ਨਹੀਂ ਕੀਤਾ, ਇਸ ਕਰਕੇ ਇਸ ਗੱਲ ਦਾ ਸੰਗਿਆਨ ਲਵੋ ਵੀ ਇਹਨੂੰ ਠੀਕ ਕਰੋ। ਉਹ ਕਹਿੰਦਾ ਸਦੀਕ ਸਾਡੇ ਨਾਲ ਆ ਜਾਵੇ ਅਸੀਂ ਠੀਕ ਕਰ ਦੇਵਾਂਗੇ। ਉਹਨੇ ਮੈਨੂੰ ਫੋਨ ਕਰਦਾ, ਕਹਿੰਦਾ ਜੀ ਉਹ ਸਾਡੇ ਨਾਲ ਆ ਜਾਵੇ। ਮੈਂ ਕਿਹਾ ਭਾਈ ਉਹਨਾਂ ਨੂੰ ਉਹਨਾਂ ਦਾ ਘਰ ਮੁਬਾਰਕ, ਮੈਨੂੰ ਮੇਰੀ ਆਪਣੀ ਚੋਪੜੀ ਮੁਬਾਰਕ, ਮੈਂ ਕਿਤੇ ਜਾਣ ਨੂੰ ਤਿਆਰ ਹਾਂ। ਤਾਂ ਕੀ ਸੰਸਦ ਦਾ ਫੋਨ ਆਇਆ ਸੀ ਕਿ ਵਿਧਾਇਕ ਦਾ? ਨਹੀਂ, ਮੈਨੂੰ ਮੇਰੇ ਹਲਕੇ ਦਾ ਫੋਨ ਆਇਆ ਸੀਗਾ, ਉਹਨੂੰ ਕਿਸੇ ਵਜ਼ੀਰ ਨੇ ਕਹਿਤਾ, ਉਹਨੇ ਵਜ਼ੀਰ ਨੂੰ ਕਹਿਤਾ ਬਈ ਜੀ ਐਂ ਨਾ ਕਰੋ, ਵਿਚਾਰਾ ਸਾਊ ਆਦਮੀ ਆ, ਸਾਡੀ ਉੱਥੇ ਸਰੋ ਸੰਗਿਆਨ ਲਵੋ ਇਸ ਗੱਲ ਦਾ ਬਈ ਉਹਦੇ ਨਾਲ ਐ ਕਿਉਂ ਹੋਇਆ। ਉਹ ਕਹਿੰਦੇ ਅੱਜ ਹੀ ਸੰਗਿਆਨ ਲੈ ਲੈਂਦੇ ਆ, ਸਾਡੇ ਤੋਂ ਜਾਵੇ। ਕਾਂਗਰਸ ਦੇ ਵਿੱਚ ਸਭ ਕੁਝ ਠੀਕ ਨਹੀਂ ਹੈ। ਇੱਕ ਪਾਸੇ ਜਿੱਥੇ ਮੰਤਰੀ ਵਿਧਾਇਕ ਬੈਠਕ ਕਰ ਰਹੇ ਨੇ, ਬਾਈਬਲ ਕਲਾ ਬਰਗਾੜੀ ਦੇ ਮੁੱਦਿਆਂ ਦੇ ਉੱਤੇ ਚਰਚਾ ਕਰ ਰਹੇ ਨੇ, ਉੱਥੇ ਹੀ ਦੂਸਰੇ ਪਾਸੇ ਕਾਂਗਰਸ ਦੇ ਵਿੱਚ ਅੰਦਰ ਵੀ ਬਹੁਤ ਕੁਝ ਹੋ ਰਿਹਾ ਹੈ। ਇੱਕ ਪਾਸੇ ਜਿੱਥੇ ਮੰਤਰੀ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਤੋਂ ਨਾਰਾਜ਼ ਨੇ, ਉੱਥੇ ਹੀ ਕੁਝ ਸਾਂਸਦ ਆਪਣੇ ਵਿਧਾਇਕਾਂ ਤੋਂ ਵੀ ਨਾਰਾਜ਼ ਹੈਗੇ ਨੇ। ਉਸ ਦੇ ਵਿੱਚ ਨਾਮ ਆਉਂਦਾ ਹੈਗਾ ਮੁਹੰਮਦ ਸਦੀਕ ਉਹਨਾਂ ਦਾ, ਜਿਹੜੇ ਅੱਜ ਮੁੱਖ ਮੰਤਰੀ ਦੇ ਕੋਲ ਸ਼ਿਕਾਇਤ ਲੈ ਕੇ ਪਹੁੰਚੇ ਨੇ। ਗੱਲਬਾਤ ਕਰਦੇ ਹਾਂ। ਸਦੀਕ ਸਾਹਿਬ, ਕੀ ਹੋ ਰਿਹਾ ਜੀ? ਇਹ ਇੰਨੀ ਕਲੇਸ਼, ਇੰਨਾ ਚੱਕਰ, ਕਾਂਗਰਸ ਨੂੰ ਲੱਗਦਾ ਕੋਈ ਨਜ਼ਰ ਨਾ ਗਈ? ਵੈਸੇ ਅਸਲ ਗੱਲ ਤਾਂ ਇਹ ਹੈ, ਜਿੱਥੇ ਚਾਰ ਭਾਂਡੇ ਹੁੰਦੇ ਨੇ ਉਹ ਖੜਕਦੇ ਹੁੰਦੇ ਨੇ ਹੈ ਜੀ। ਉਹਦੇ ਵਿੱਚ ਇਹ ਹੈ ਵੀ ਇੱਕ ਪਾਰਟੀ ਆ, ਇੱਕ ਪਰਿਵਾਰ ਹੈ। ਉਹਦੇ ਵਿੱਚ ਕਈ ਵਾਰੀ ਕਈ ਲੋਕਾਂ ਦੀ ਸੋਚ ਅਲੱਗ ਹੁੰਦੀ ਹੈ, ਪਰ ਫਿਰ ਵੀ ਉਸ ਦੇ ਬਾਵਜੂਦ ਜਿਵੇਂ 4.5 ਸਾਲ 4 ਸਾਲ ਹੋ ਗਏ ਨੇ, ਉਸ ਤੋਂ ਪਹਿਲਾਂ ਵੀ ਇਹ ਪਾਰਟੀ
ਇੱਕ ਪਾਰਟੀ ਹੈ, ਇੱਕ ਕਰਕੇ ਚੱਲਦੀ ਹੈ, ਇੱਕ ਇਹਦੀ ਨੀਤੀ ਹੈ। ਉਸੇ ਤਰ੍ਹਾਂ ਇਹ ਆਪਣੇ ਬੌਸ ਨੂੰ ਬੌਸ ਹੀ ਸਮਝਦੇ ਨੇ। ਹਾਂ, ਕੋਈ ਇਖਤਲਾਫਾਤ ਜਿਹੜੇ ਹੁੰਦੇ ਨੇ ਉਹ ਬੈਠ ਕੇ ਦੂਰ ਹੋ ਜਾਂਦੇ ਹੁੰਦੇ ਨੇ, ਕੋਈ ਖਾਸ ਗੱਲ ਨਹੀਂ ਹੈ। ਬੌਸ ਨੂੰ ਬੌਸ ਹੀ ਸਮਝਦੇ ਨੇ। ਹਾਲਾਂਕਿ ਇਸ ਦੇ ਉੱਤੇ ਵੀ ਚਰਚਾ ਕਰਾਂਗੇ, ਪਰ ਤੁਹਾਡੀ ਮੈਂ ਪਹਿਲਾਂ ਗੱਲ ਕਰਨਾ ਚਾਹੂੰਗਾ, ਜਿਹੜੀ ਤੁਸੀਂ ਅੱਜ ਸ਼ਿਕਾਇਤ ਲੈ ਕੇ ਆਏ ਹੈਗੇ ਹੋ, ਸੰਸਦ ਹੈਗੇ ਹੋ ਫਰੀਦਕੋਟ ਤੋਂ ਤੁਸੀਂ, ਲੱਗਦਾ ਕਿ ਤੁਹਾਨੂੰ ਬੌਸ ਜਿਹੜਾ ਹੈਗਾ ਉੱਥੇ ਦੇ ਵਿਧਾਇਕ ਸਮਝ ਰਹੇ ਨੇ? ਗੱਲ ਇਹ ਹੈ ਜੀ, ਇਹ ਆਪਣੀ ਆਪਣੀ ਸਮਝ ਤੇ ਗੱਲ ਹੈ। ਉਹ ਉੱਥੋਂ ਦਾ ਵਿਧਾਇਕ ਉਹ ਮੈਨੂੰ ਕੀ ਸਮਝਦੇ ਨੇ, ਉਹ ਕੀ ਉਹ ਜਾਣਦੇ ਨੇ, ਉਹ ਮੈਨੂੰ ਹੀ ਜਾਂ ਕਿਸੇ ਸਾਰੀ ਦੁਨੀਆ ਨੂੰ ਕੀ ਸਮਝਦੇ ਨੇ, ਮੈਂ ਉਹਨਾਂ ਬਾਰੇ ਮੈਂ ਤਾਂ ਕੁਝ ਨਹੀਂ ਕਹਿ ਸਕਦਾ। ਹਾਂ, ਇੰਨਾ ਜ਼ਰੂਰ ਹੈ ਵੀ ਮੇਰੇ ਹਲਕੇ 'ਚ ਉਹਨਾਂ ਦੀ ਦਖਲਅੰਦਾਜ਼ੀ ਬਹੁਤ ਜ਼ਿਆਦਾ ਹੈ, ਜਿਹੜੀ ਕਿ ਬਰਦਾਸ਼ਤ ਤੋਂ ਬਾਹਰ ਹੈ। ਇਸ ਕਰਕੇ ਮੈਨੂੰ ਇੱਥੇ ਆਉਣਾ ਪਿਆ। ਤਾਂ ਕੀ ਅੱਜ ਮੁੱਖ ਕਾਰਨ ਕੀ ਰਹੇ ਹੈਗੇ, ਔਰ ਉਹਨਾਂ ਵਿਧਾਇਕ ਦਾ ਨਾਮ ਵੀ ਜਿਹੜਾ ਹੈਗਾ ਤੁਸੀਂ ਇੱਕ ਵਾਰ ਜ਼ਰੂਰ ਦਰਸ਼ਕਾਂ ਨੂੰ ਵੀ ਦੱਸ ਦਿਓ, ਕਿਉਂਕਿ ਇੱਕੋ ਹੀ ਸੀਟ ਕਾਂਗਰਸ ਦੀ ਉੱਥੋਂ ਦੀ ਹੈਗੀ ਹੈ, ਤਾਂ ਉਹਨਾਂ ਦਾ ਨਾਮ ਦੱਸ ਦਿਓ। ਔਰ ਸ਼ਿਕਾਇਤ ਲੈ ਕੇ ਅੱਜ ਮੁੱਖ ਮੰਤਰੀ ਦੇ ਦਫ਼ਤਰ ਤੁਸੀਂ ਕੀ ਪਹੁੰਚੇ ਹੈਗੇ? ਨਾ, ਗੱਲ ਇਹ ਹੈ, ਉੱਥੇ ਕਮੇਟੀ ਦੀ ਚੋਣ ਸੀ ਪ੍ਰਧਾਨਗੀ ਦੀ। ਉਹਦੇ ਵਿੱਚ ਇਹ ਹੈ ਬਈ ਅਸੀਂ ਲੋਕ ਉੱਥੇ 17 ਵਾਰਡ ਨੇ, 17 ਮੈਂਬਰ ਸਾਰਾ ਜਿੱਤ ਗਏ ਸੀਗੇ, ਲੇਕਿਨ ਵੱਖ-ਵੱਖ ਪਾਰਟੀਆਂ ਦੇ। ਉਹਦੇ ਵਿੱਚ ਕੀ ਸੀ, ਉਹਦੇ ਵਿੱਚ 7 ਮੈਂਬਰ ਕਾਂਗਰਸ ਦੇ ਜਿੱਤੇ, ਜਿਹਦੇ ਵਿੱਚ 5 ਮੈਂਬਰ ਮੇਰੇ ਕੋਲ ਨੇ, ਠੀਕ ਹੈ ਹੈ ਜੀ, 2 ਮੈਂਬਰ ਉਹਨਾਂ ਕੋਲੇ ਨੇ, ਨਾਮ ਵੀ ਦੱਸ ਦਿਓ। 3 ਮੈਂਬਰ ਉਹਨਾਂ ਕੋਲੇ ਨੇ। ਮਤਲਬ ਜਿਨ੍ਹਾਂ ਨੂੰ ਉਹਨਾਂ ਨੇ ਪ੍ਰਧਾਨ ਥਾਪਿਆ। ਤਾਂ ਅਸੀਂ ਚਾਹੁੰਦੇ ਸੀਗੇ ਬਈ ਪ੍ਰੋਸੀਡਿੰਗ ਹੋਵੇ, ਵੋਟਿੰਗ ਹੋਵੇ, ਪਰ ਕਿਸੇ ਸਾਜ਼ਿਸ਼ ਦੇ ਅਧੀਨ ਇੱਥੋਂ ਇੱਕ ਚਿੱਠੀ ਬਣ ਕੇ ਗਈ ਹੈ। ਉਹਨੂੰ ਚਿੱਠੀ ਨੂੰ ਲੈ ਕੇ ਗਏ ਨੇ ਸਰਦਾਰ ਕੁਸ਼ਲਦੀਪ ਸਿੰਘ ਜੀ ਢਿੱਲੋਂ। ਹਾਂ, ਔਰ ਉਹ ਮੇਰੇ ਹਲਕੇ 'ਚ ਪਹੁੰਚੇ ਨੇ, ਜਦ ਕਿ ਉੱਥੇ ਉਹਨਾਂ ਦਾ ਕੋਈ ਕੰਮ ਹੈ ਨਹੀਂ ਸੀਗਾ, ਕਿਸੇ ਨੇ ਬੁਲਾਇਆ ਨਹੀਂ ਸੀ, ਸਰਕਾਰੀ ਡਿਊਟੀ ਨਹੀਂ ਸੀ, CM ਸਾਹਿਬ ਨੇ ਡਿਊਟੀ ਨਹੀਂ ਲਾਈ, ਮੈਂ ਨਹੀਂ ਬੁਲਾਇਆ, ਪਤਾ ਨਹੀਂ ਉਹ ਕਿਉਂ ਗਏ ਸੀਗੇ, ਇਹ ਉਹਨਾਂ ਨੂੰ ਪੁੱਛਿਆ ਜਾ ਸਕਦਾ, ਮੈਂ ਨਹੀਂ ਕਹਿ ਸਕਦਾ। ਹਾਂ, ਇੰਨਾ ਜ਼ਰੂਰ ਹੈ, ਉਹਨਾਂ ਦੇ ਉੱਥੇ ਜਾਣ ਦੇ ਨਾਲ ਉੱਥੇ ਸਾਰਾ ਮਾਮਲਾ ਗੜਬੜ ਹੋ ਗਿਆ ਹੈ ਜੀ। ਗੜਬੜ ਇਹ ਹੋਈ ਹੈ ਬਈ ਉਹਨਾਂ ਨੇ ਜਦੋਂ ਇਹ ਨਹੀਂ ਪੁੱਛਿਆ ਵੀ ਵੱਧ ਬੰਦੇ ਕਿਹਦੇ ਨਾਲ ਨੇ ਕਿਹਦੇ ਨਾਲ ਨਹੀਂ ਹੈ, ਬਸ ਇਕੱਲਾ ਉੱਥੇ ADC ਸਾਹਿਬ ਗਏ ਨੇ, ਸਰਦਾਰ ਗੁਰਜੀਤ ਸਿੰਘ ਜੀ PCS, ਅਤੇ ਇੱਕ ਉੱਥੇ ਸੀਗੇ ਅਬਜ਼ਰਵਰ ਮਨਜੀਤ ਸਿੰਘ ਜੀ ਚਲਪੁੱਠੀ ਸਾਹਿਬ, ਹੈ ਜੀ। ਸਾਨੂੰ ਇਹ ਆਰਡਰ ਸੀਗਾ ਵੀ ਭਾਈ ਉੱਥੇ ਅੰਦਰ ਵੋਟਿੰਗ ਹੋਊਗੀ ਜਾਂ ਅੰਦਰ ਹੀ ਜੋ ਕੁਛ ਹੋਣਾ ਉੱਥੇ ਹੋਊਗਾ, ਤੁਸੀਂ ਅੰਦਰ ਨਹੀਂ ਜਾਣਾ। ਅਤੇ ਇਸ ਕਰਕੇ ਮੈਂ ਵੀ ਅੰਦਰ ਨਹੀਂ ਗਿਆ, ਹੈ ਜੀ। ਉੱਥੇ ਸਿਰਫ ਉਹਨਾਂ ਦੀ ਹਾਜ਼ਰੀ ਲਵਾਉਣ ਤੋਂ ਮਗਰੋਂ ਮੈਂਬਰਾਂ ਦੀ, ਅਤੇ ਉਹਨਾਂ ਨੇ ਨਾਂ ਪੜ੍ਹੇ ਵੀ ਫਲਾਨਾ ਪ੍ਰਧਾਨ ਹੈ, ਫਲਾਨਾ ਵਾਈਸ ਪ੍ਰਧਾਨ ਹੈ, ਫਲਾਨਾ ਹੈ, ਇੰਨਾ ਕਹਿ ਕੇ ਜੀ ਉਹ ਦੋਨੋਂ ਬੰਦੇ ਜਾਣੀ ਕਿ ਅਬਜ਼ਰਵਰ ਵੀ ਅਤੇ ADC ਸਾਹਿਬ ਵੀ, ਉਹ ਦੋਨੋਂ ਜਿਹੜੇ, ਉਹਨਾਂ ਨੇ ਕਿਸੇ ਦੀ ਗੱਲ ਹੀ ਨਹੀਂ ਸੁਣੀ ਹੈ। ਸੀਨੀਅਰਟੀ ਦਾ ਕੋਈ ਧਿਆਨ ਹੀ ਨਹੀਂ ਰੱਖਿਆ ਗਿਆ ਉਹਨਾਂ ਦੇ। ਮਤਲਬ ਇਹੀ ਪੈਦਾ ਨਹੀਂ ਹੁੰਦਾ। ਮੈਂ ਇਹੀ ਕਹਿਣਾ ਆ ਬਈ ਜੀ ਤੁਸੀਂ ਆਪਣੇ ਸਾਹਮਣੇ ਵੋਟਿੰਗ ਕਰਵਾ ਲਓ, ਜਿਹੜਾ ਮੈਨੂੰ ਤਾਂ ਕੋਈ ਇਤਰਾਜ਼ ਹੀ ਨਹੀਂ ਹੈ, ਜਿਹਨੂੰ ਵੋਟਾਂ ਪੈ ਜਾਣਗੇ ਉਹ ਜਿੱਤ ਜਾਊਗਾ। ਮੇਰੀ ਕਿਸੇ ਨਾਲ ਪਰਸਨਲ ਦੁਸ਼ਮਣੀ ਥੋੜ੍ਹੀ ਹੈ, ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਜੀ। ਜਿਹੜਾ ਬੰਦਾ ਹੱਕਦਾਰ ਹੈ, ਜਿਹਨੂੰ ਜ਼ਿਆਦਾ ਵੋਟ ਪੈ ਜਾਣਗੇ ਉਹ ਜਿੱਤ ਜਾਊਗਾ। ਤਾਂ ਮੱਲੋ ਮੱਲੀ ਥੋਪਣਾ ਇਹ ਠੀਕ ਨਹੀਂ ਹੈ। ਇੱਕ ਤਾਂ ਇਹ ਜਮਹੂਰੀਅਤ ਦਾ ਕਤਲ ਹੈ, ਲੋਕ ਰਾਜ ਦਾ ਕਤਲ ਹੈ ਜੀ, ਇਹ ਸੰਵਿਧਾਨ ਦਾ ਵੀ ਕਤਲ ਹੈ। ਜਦੋਂ ਕਿਹਾ ਗਿਆ ਵੀ ਬਹੁਤ ਸੰਮਤੀ ਵਾਲਾ ਹੀ ਬੰਦਾ ਅੱਗੇ ਆਊਗਾ, ਫਿਰ ਥੋਪਣ ਦੀ ਤਾਂ ਕੋਈ ਲੋੜ ਪੈਂਦੀ ਨਹੀਂ ਹੈ। ਇਹ ਇਸ ਕਰਕੇ ਮੈਂ ਇੱਥੇ ਆਇਆ ਹੋਇਆ। ਤਾਂ ਹੁਣ ਕੀ ਅੰਦਰ ਕਿਸ ਨੂੰ ਮਿਲੇ ਹੈਗੇ ਹੋ, ਕਿਉਂਕਿ ਕੈਪਟਨ ਸਾਹਿਬ ਦਾ ਸਿਸਮਾ ਫਾਰਮ ਹਾਊਸ ਹੁੰਦੇ ਨੇ, ਕਹਿੰਦੇ ਕਿ ਮੰਤਰੀ ਵਿਧਾਇਕਾਂ ਦੇ ਨਾਲ ਗੱਲਬਾਤ ਹੀ ਨਹੀਂ ਕਰਦੇ ਹੈਗੇ, ਮਿਲਦੇ ਹੀ ਨਹੀਂ ਹੈਗੇ, ਫਿਰ ਤੁਸੀਂ ਹੁਣ ਆਪਣੀ ਸ਼ਿਕਾਇਤ ਕਿਹਨੂੰ ਦੇ ਦਿੱਤੀ ਹੈਗੀ? ਜਦੋਂ ਮੈਂ ਹਾਲੇ ਕਿਤੇ ਸ਼ਿਕਾਇਤ ਨਹੀਂ ਦਿੱਤੀ, ਮੈਂ ਪਹੁੰਚਿਆ ਹੋਇਆ ਹਾਲੇ ਇੱਥੇ, ਹਾਲੇ ਮੈਂ ਮਿਲਣਾ ਉਹਨਾਂ ਨੂੰ। ਹਾਂਜੀ, ਜਦੋਂ ਮਿਲੇ ਫਿਰ ਮੈਂ ਗੱਲ ਕਰੂੰਗਾ, ਕੀ ਗੱਲ ਕਰਨੀ ਹੈ ਫਿਰ ਮੈਂ ਉਹਨਾਂ ਨੂੰ ਦੱਸੂਗਾ ਵੀ ਆਹ ਗੱਲ ਆ ਬਾਤ ਹੈ। ਅਦਰਵਾਈਜ਼ ਐਸੀ ਕੋਈ ਗੱਲ ਨਹੀਂ ਹੈਗੀ ਹੈ ਵੀ ਉਹ ਕਿਸੇ ਨੂੰ ਮਿਲਦੇ ਨਹੀਂ ਹੈਗੇ। ਦੇਖੋ, ਜਿਹੜੀ ਆਹ ਬਦਲਮਾ ਕਹਿ ਲਓ ਜਾਂ ਇਹ ਕਹਿ ਲਓ, ਜਿਹੜੀ ਬਿਮਾਰੀ ਫੈਲੀ ਹੋਈ ਹੈ ਨਾ, ਇਸ ਤੋਂ ਸਾਰੇ ਹੀ ਡਰਦੇ ਨੇ, ਸਾਰੇ ਹੀ ਡਰਦੇ ਨੇ। ਅਸੀਂ ਤਾਂ ਕਹਿੰਦੇ ਹਾਂ ਪਰਮਾਤਮਾ ਉਹਨਾਂ ਦੀ ਬਹੁਤ ਲੰਬੀ ਉਮਰ ਕਰੇ। ਹਾਂਜੀ, ਵੀ ਅਸੀਂ ਵੀ ਡਰਦੇ ਆਉਂਦੇ ਹਾਂ, ਪੁੱਛ ਕੇ ਆਉਂਦੇ ਹਾਂ CM ਹਾਊਸ ਦੇ ਵਿੱਚ ਵੀ, ਫਾਰਮ ਹਾਊਸ ਦੇ ਵਿੱਚ ਵੀ, ਬਈ ਜੀ ਆ ਸਕਦੇ ਆ ਕਿ ਨਹੀਂ ਆ ਸਕਦੇ। ਇਸ ਕਰਕੇ ਨਹੀਂ ਬਈ ਉਹ CM ਸਾਹਿਬ ਦਾ ਹਾਊਸ ਹੈ, ਇਸ ਕਰਕੇ ਬਈ ਕੋਈ ਅੰਦਰ ਐਸਾ ਬੰਦਾ ਤਾਂ ਨਹੀਂ ਹੈ ਜਿਹੜਾ ਪੋਜ਼ੀਟਿਵ ਹੋਵੇ, ਜਿਹੜਾ ਕਿਸੇ ਨਾ ਕਿਸੇ ਤਰ੍ਹਾਂ ਬਿਮਾਰੀ ਫੈਲ ਜਾਵੇ। ਇਸ ਕਰਕੇ ਪੁੱਛ ਕੇ ਹੀ ਅੰਦਰ ਜਾਂਦੇ ਆ। ਜਦੋਂ ਮੈਨੂੰ ਟਾਈਮ ਲੱਗੇ ਮੈਂ ਚਾਹੂੰਗਾ। ਸਾਹਿਬ, ਕਿੱਕੀ ਢਿੱਲੋਂ ਕਹਿੰਦੇ ਨੇ ਕਿ ਤੁਸੀਂ ਅਕਾਲੀਆਂ ਦੀ ਮਦਦ ਕਰਦੇ ਹੈਗੇ ਹੋ, ਉਹ ਤੁਹਾਡੇ ਉੱਤੇ ਇਲਜ਼ਾਮ ਲਗਾਉਂਦੇ ਹੋ। ਤੁਸੀਂ ਕਹਿ ਰਹੇ ਹੋ ਕਿ ਉਹ ਜਮਹੂਰੀਅਤ ਦਾ ਘਾਣ ਕਰ ਰਹੇ ਨੇ, ਉਹਨਾਂ ਨੇ ਧੱਕਾ ਕਰ ਦਿੱਤਾ, ਉਹਨਾਂ ਨੇ ਆਪਣਾ ਮੈਂਬਰ ਜਿਹੜਾ ਹੈਗਾ ਉਹ ਨਿਯੁਕਤ ਕਰ ਦਿੱਤਾ। ਤਾਂ ਇਹ ਕਾਂਗਰਸ ਦੇ ਵਿੱਚ ਜਿਹੜਾ ਇਹ ਕਲੇਸ਼ ਵਧਿਆ ਹੋਇਆ, ਹੁਣ ਇਹਨੂੰ ਕਿਵੇਂ ਵੇਖਦੇ ਹੈਗੇ? ਉਹ ਤੁਹਾਡੇ ਤੇ ਇਲਜ਼ਾਮ ਲਾਈ ਜਾਂਦੇ ਨੇ। ਮੇਰੀ ਸਮਝ ਨਹੀਂ ਆਉਂਦੀ ਬਈ ਇੱਕ ਅਕਾਲੀਆਂ 'ਚੋਂ ਆਇਆ ਹੋਇਆ ਬੰਦਾ ਹੈ ਜੀ, ਉਹ ਮੈਨੂੰ ਕਿਵੇਂ ਕਹਿ ਸਕਦਾ ਵੀ ਮੈਂ ਅਕਾਲੀਆਂ ਦੀ ਮਦਦ ਕਰ ਰਿਹਾ? ਬੜੀ ਅਜੀਬ ਗੱਲ ਹੈ, ਬਹੁਤ ਹੀ ਅਜੀਬ ਗੱਲ ਹੈ
ਹੈ ਜੀ। ਕੋਈ ਮੇਰੇ ਤੇ ਉਂਗਲ ਕਰਕੇ ਦੇਖੇ ਜਾਂ ਆਪਣੀ ਪੀੜੀ ਥੱਲੇ ਸੋਟਾ ਫੇਰ ਕੇ ਦੇਖ ਲੈਣ ਉਹ ਕਿੱਥੋਂ ਆਏ ਨੇ, ਖਾਨਦਾਨੀ ਕੀ ਨੇ ਉਹ, ਜਾਂ ਤਾਂ ਆਪਣੀ ਛੋਟੀ ਪੀੜੀ ਥੱਲੇ ਸੋਟਾ ਫੇਰ ਲੈਣ, ਜਾਂ ਫਿਰ ਮੈਨੂੰ ਦੱਸ ਦੇਣ ਵੀ ਮੈਂ ਕਦੋਂ ਅਕਾਲੀਆਂ ਦੇ ਕੋਲ ਗਿਆ ਸੀਗਾ, ਮੈਂ ਦੱਸ ਦੇਣ ਮੈਨੂੰ, ਹੈ ਜੀ। ਮੈਂ ਅੱਜ ਹੀ ਅਸਤੀਫਾ ਦੇ ਦੂੰਗਾ। ਗੱਲ ਹੈ ਕੁਛ ਐਵੇਂ ਇਲਜ਼ਾਮ ਲਾਉਣਾ। ਦੇਖੋ ਜੀ, ਸਿਆਣੇ ਕਹਿੰਦੇ ਨੇ ਵੀ ਤੁਸੀਂ ਮਾਰਦੇ ਦਾ ਹੱਥ ਫੜ ਸਕਦੇ ਹੋ, ਬੋਲਦੇ ਦੀ ਜ਼ਬਾਨ ਨਹੀਂ ਫੜ ਸਕਦੀ। ਉਹਨਾਂ ਦਾ ਕੰਮ ਹੀ ਇਹ ਹੈ ਵੀ ਇੱਕ ਦੂਜੇ 'ਤੇ ਇਲਜ਼ਾਮ ਲਾਉਣਾ। ਉਹ ਲੋਕ ਇਸ ਕਰਕੇ ਮੰਨ ਲੈਂਦੇ ਨੇ ਵੀ ਯਾਰ ਲੀਡਰ ਹੈ, ਲੀਡਰਾਂ ਦਾ ਮੁੰਡਾ ਹੈਗਾ, ਇਹ ਸੱਚ ਹੀ ਬੋਲਦਾ ਹੋਊਗਾ। ਲੋਕੀ ਵਿਚਾਰੇ ਪਿੰਡਾਂ ਦੇ ਲੋਕ ਨੇ, ਉਹ ਗੱਲ ਮੰਨ ਜਾਂਦੇ ਨੇ, ਹੈ ਜੀ। ਅਗਰ ਅਦਰਵਾਈਜ਼ ਜੇ ਸੱਚਾਈ ਪੁੱਛੋ ਮੈਨੂੰ ਲੈ ਚਲੋ, ਜਿੱਥੇ ਜੀ ਕਰਦਾ ਲੈ ਚਲੋ, ਹੈ ਜੀ। ਜਾਂ ਫਿਰ ਇਲਾਕੇ ਤੋਂ ਪੁੱਛ ਲਵੋ, ਇਲਾਕੇ ਦੇ ਲੋਕ ਤੁਹਾਨੂੰ ਦੱਸ ਦੇਣਗੇ ਵੀ ਸਦੀਕ ਕੀ ਹੈ, ਜਿਨ੍ਹਾਂ ਨੇ ਮੈਨੂੰ ਇਹ ਸੇਵਾ ਸੌਂਪੀ ਹੈ, ਮੈਨੂੰ ਹਿੰਦੁਸਤਾਨ ਦੀ ਵੱਡੀ ਪੰਚਾਇਤ ਦੇ ਵਿੱਚ ਪਹੁੰਚਾਇਆ ਹੈ। ਉਹ ਲੋਕ ਸਾਰੇ ਦੱਸ ਦੇਣਗੇ ਵੀ ਸਦੀਕ ਕਿਹੋ ਜਿਹਾ ਬੰਦਾ ਹੈ, ਉਹ ਕੀ ਕਰਦਾ ਕੀ ਨਹੀਂ ਕਰਦਾ, ਕੀ ਉਹ ਕਿਸੇ ਨੂੰ ਮਿਲਦਾ, ਕੀ ਇਹ ਦੂਜੀ ਪਾਰਟੀ ਦਾ ਕੋਈ ਸਹਾਰਾ ਲੈਂਦਾ ਜਾਂ ਦੂਜੀ ਪਾਰਟੀ ਦੇ ਨਾਲ ਮਿਲ ਕੇ ਚੱਲਦਾ। ਇਹ ਲੋਕ ਜਿਹੜੇ ਪਹਿਲਾਂ ਵੀ ਮਿਲ ਕੇ ਚੱਲੇ ਨੇ, ਇਹਨਾਂ ਨੂੰ ਪਤਾ ਨਹੀਂ ਹੈ। ਸਰਦਾਰ ਅਵਤਾਰ ਸਿੰਘ ਬਰਾੜ ਦਾ ਜਦੋਂ ਉੱਥੋਂ ਕਾਂਗਰਸ ਸੀਟ ਮਿਲੀ, ਹੈ ਜੀ, ਇਹਨਾਂ ਨੇ ਉੱਥੇ ਜਿਹੜਾ ਉੱਥੇ ਅਕਾਲੀਆਂ ਦਾ ਬੰਦਾ ਖੜਾ ਸੀਗਾ, ਉਹ ਠੇਕੇਦਾਰ ਸ਼ਰਾਬ ਦਾ, ਹੈ ਜੀ, ਸ਼ਰੇਆਮ ਇਹਨਾਂ ਨੇ ਮਦਦ ਕੀਤੀ, ਕਾਂਗਰਸ ਨੂੰ ਹਟਾਇਆ। ਤੁਹਾਨੂੰ ਲੱਗਦਾ ਹੁਣ ਵੀ ਇਹ ਮਦਦ ਕਰ ਰਹੇ ਹੈਗੇ ਨੇ ਅਕਾਲੀਆਂ ਦੀ? ਦੇਖੋ ਜੀ, ਚੋਰ ਚੋਰੀ ਤੋਂ ਚਲਾ ਜਾਂਦਾ, ਹੇਰਾ ਫੇਰੀ ਤੋਂ ਨਹੀਂ ਜਾਂਦਾ ਹੁੰਦਾ। ਜਿਹੜੀਆਂ ਆਦਤਾਂ ਪਹਿਲਾਂ ਪਈਆਂ ਹੋਈਆਂ ਨੇ ਨਾ, ਉਹਨਾਂ ਨੂੰ ਛੱਡਣਾ ਬਹੁਤ ਔਖਾ ਹੁੰਦਾ, ਬਹੁਤ ਔਖਾ ਹੁੰਦਾ, ਬਹੁਤ ਬੜਾ ਮੁਸ਼ਕਿਲ ਹੈ। ਹਾਂਜੀ, ਜੇ ਕਹਿ ਵੀ ਦੇਵੋਗੇ ਹਾਂਜੀ ਕਰਕੇ ਹਟ ਜਾਣਗੇ, ਛੱਡਣਾ ਬਹੁਤ ਮੁਸ਼ਕਿਲ, ਮੈਨੂੰ ਪਤਾ ਇਸ ਗੱਲ ਦਾ। ਪਰ ਤੁਹਾਨੂੰ ਲੱਗਦਾ ਕਿ ਅਜੇ ਵੀ ਉਹ ਸਹਿਮਤੀ ਜਿਹੜੀ ਹੈਗੀ ਅਕਾਲੀਆਂ ਦੇ ਨਾਲ ਰਲੀ ਮਿਲੀ ਜਿਹੜੀ ਭੁਗਤ ਹੈਗੀ ਆ, ਉਹ ਅਜੇ ਵੀ ਚੱਲ ਰਹੀ ਹੈਗੀ? ਜੇ ਤਾਂ ਇਕੱਲੇ ਅਕਾਲੀਆਂ 'ਚੋਂ ਆਏ ਹੁੰਦੇ ਤਾਂ ਵੀ ਮੈਂ ਕਹਿ ਸਕਦਾ, ਪਤਾ ਨਹੀਂ ਕਿਹੜੀ ਪਾਰਟੀ 'ਚੋਂ ਆਏ ਨੇ। ਅਕਾਲੀ ਦਾ ਦਲ ਤਾਂ ਇਕੱਲੇ ਹੀ ਦਲ ਹੈ ਨਾ, ਪਤਾ ਨਹੀਂ ਕਿਹੜੀ ਦਲਦਲ 'ਚੋਂ ਨਿਕਲੇ ਹੋਏ ਨੇ, ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈਗੀ ਆ। ਇਹ ਦੂਜੇ 'ਤੇ ਇਲਜ਼ਾਮ ਲਾਉਂਦੇ ਨੇ, ਇਹ ਮਾੜੀ ਗੱਲ ਹੈ। ਲਾਉਂਦੇ ਨੇ, ਕੋਈ ਗੱਲ ਨਹੀਂ, ਮੇਰੇ 'ਤੇ ਇਲਜ਼ਾਮ ਲੱਗਦਾ ਨਾ, ਲਾ ਦੇਣ, ਸੱਚਾਈ ਪੇਸ਼ ਕਰ ਦੇਣ, ਜਿਵੇਂ ਕਹਿਣਗੇ ਮੈਂ ਉਵੇਂ ਕਰ ਲੂੰਗਾ। ਅੱਛਾ ਸਦੀਕ ਸਾਹਿਬ, ਹੁਣ ਗੱਲ ਕਰਦੇ ਹੈਗੇ ਆ ਜਿਹੜੀ ਆਪਾਂ ਸ਼ੁਰੂਆਤ ਦੇ ਵਿੱਚ ਤੁਸੀਂ ਕੀਤੀ ਸੀਗੀ ਕਿ ਬੌਸ ਜਿਹੜਾ ਹੈਗਾ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਮੰਨਦੇ ਹੈਗੇ ਨੇ, ਪਰ ਬੌਸ ਮੰਨਦੇ ਹੋਏ ਨਜ਼ਰ ਨਹੀਂ ਆ ਰਹੇ ਹੈਗੇ। ਨਵਜੋਤ ਸਿੰਘ ਸਿੱਧੂ ਨੇ ਆਪਣਾ ਹੀ ਜਿਹੜਾ ਹੈਗਾ ਮੋਰਚਾ ਖੋਲ੍ਹ ਦਿੱਤਾ ਹੈਗਾ, ਰੋਜ਼ ਹਮਲੇ ਹੁੰਦੇ ਹੈਗੇ ਨੇ। ਕਹਿੰਦੇ ਨੇ ਕਿ ਬਹਿਬਲ ਕਲਾਂ ਬਰਗਾੜੀ ਦੇ ਵਿੱਚ ਇਨਸਾਫ ਨਹੀਂ ਦਿਵਾ ਪਾਏ। ਅਫਸੋਸ ਕਹਿੰਦੇ ਮੈਨੂੰ ਬਹੁਤ ਹੈਗਾ ਜਿਸ ਤਰੀਕੇ ਦੇ ਨਾਲ ਕਹਿੰਦੇ ਇਹ ਪੂਰਾ ਇਹਨਾਂ ਦੇ ਵੱਲੋਂ ਸਾਰਾ ਸਾਥ ਦਿੱਤਾ ਗਿਆ, ਉਹ ਇੱਦਾਂ ਲੱਗਦਾ ਜਿਵੇਂ ਅਕਾਲੀ ਤੇ ਕਾਂਗਰਸ ਜਿਹੜੇ ਹੈਗੇ ਨੇ ਫਰੈਂਡਲੀ ਮੈਚ ਖੇਡ ਰਹੇ ਨੇ। 75-25 ਦਾ ਜਿਹੜਾ ਹੈਗਾ ਉਹ ਗੱਲ ਆਖਦੇ ਹੈਗੇ ਨੇ। ਕੀ ਲੱਗਦਾ ਹੈਗਾ ਤੁਹਾਨੂੰ ਕਿ ਕਮੀ ਰਹੀ ਹੈਗੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਇਸ ਦੇ ਵਿੱਚ? ਮੈਂ ਕਿਸੇ ਉੱਤੇ ਕਿੰਤੂ ਪਰੰਤੂ ਤਾਂ ਨਹੀਂ ਕਰੂੰਗਾ, ਪਰ ਮੈਂ ਇਹਨਾਂ ਜ਼ਰੂਰ ਕਹੂੰਗਾ ਵੀ ਜਿਹੜੇ ਲੋਕ ਇਲਜ਼ਾਮ ਲਾ ਰਹੇ ਨੇ ਉਹ ਕੈਬਨਿਟ 'ਚ ਰਹੇ ਨੇ, ਉਹ ਉਦੋਂ ਵੀ ਕਹਿ ਸਕਦੇ ਸੀ ਜੀ ਜੋ ਹੋ ਰਿਹਾ ਗਲਤ ਹੋ ਰਿਹਾ, ਉਹ ਕਹਿ ਸਕਦੇ ਸੀਗੇ। ਜਿਹੜੇ ਸਾਥੀ ਨੇ ਕੈਬਨਿਟ ਦੇ ਮੰਤਰੀ ਨੇ, ਹੈ ਜੀ, ਉਹ ਕਹਿ ਸਕਦੇ ਸੀ ਵੀ ਗਲਤ ਹੋ ਰਿਹਾ। ਉਹ ਜਦੋਂ ਤੁਸੀਂ ਬਾਹਰ ਨਿਕਲ ਜਾਂਦੇ ਹੋ ਫਿਰ ਢੰਡੋਰਾ ਪਿੱਟਣ ਲੱਗ ਜਾਂਦੇ ਹੋ, ਇਹ ਅੱਛਾ ਨਹੀਂ ਹੈ, ਠੀਕ ਨਹੀਂ ਹੈ। ਤੁਸੀਂ ਉਸ ਵੇਲੇ ਗੱਲ ਕਰਦੇ ਨਾ, ਉਹਦੇ 'ਚ ਵਜ਼ਨ ਹੁੰਦਾ। ਹੁਣ ਇਹ ਅਗਲਾ ਕਹਿੰਦਾ ਯਾਰ ਘਰੋਂ ਕੱਢੇ ਹੋਏ ਨੇ। ਕਿ ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਅਹੁਦਾ ਨਹੀਂ ਮਿਲਿਆ, ਉਹਨਾਂ ਨੂੰ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਵਧੀਆ ਲੈਵਲ ਦੀ, ਇਸੇ ਦੇ ਚਲਦੇ ਹੋਇਆਂ ਇਹ ਸਾਰੀ ਬਗਾਵਤ ਉਹਨਾਂ ਦੇ ਵੱਲੋਂ ਸ਼ੁਰੂ ਕੀਤੀ ਗਈ ਹੈ? ਇਹ ਸਿਰਫ ਉਹ ਦੱਸ ਸਕਦੇ ਨੇ, ਮੈਂ ਇਸ ਬਾਰੇ ਕੁਝ ਵੀ ਨਹੀਂ ਕਹਿ ਸਕਦਾ। ਉਹ ਸਿਆਣੇ ਨੇ, ਹਾਂਜੀ, ਹੰਡੇ ਹੋਏ ਨੇ, ਦੋ ਤਿੰਨ ਵਾਰੀ ਉਹ MP ਰਹਿ ਚੁੱਕੇ ਨੇ, ਤਾਂ ਉਹ ਇਸ ਗੱਲ ਦਾ ਜਵਾਬ ਉਹ ਦੇ ਸਕਦੇ ਨੇ, ਮੈਂ ਨਹੀਂ ਦੇ ਸਕਦਾ। ਜਿਨ੍ਹਾਂ ਦੇ ਕੋਲ ਅਹੁਦੇ ਹੈਗੇ ਨੇ ਉਹ ਵੀ ਹੁਣ ਤਾਂ ਬਗਾਵਤ ਜਿਹੜੀ ਹੈਗੀ ਆ ਉਹ ਖੜੀ ਕਰੀ ਬੈਠੇ ਹੈਗੇ ਨੇ। ਸੁਖਜਿੰਦਰ ਰੰਧਾਵਾ, ਚੰਨੀ ਹੋਣੀ ਹੋ ਗਏ, ਰਵਨੀਤ ਬਿੱਟੂ ਹੋ ਗਏ, ਪ੍ਰਤਾਪ ਬਾਜਵਾ ਹੋ ਗਏ, ਇਹ ਸਾਰੇ ਧੜੇ ਬਣਦੇ ਜਾ ਰਹੇ ਨੇ। ਚਰਨਜੀਤ ਚੰਨੀ ਦੇ ਘਰੇ ਅੱਜ ਮੀਟਿੰਗ ਹੋਈ ਹੈਗੀ ਹੈ, 10 MLA, ਅਰੁਣਾ ਚੌਧਰੀ ਵੀ ਕਹਿੰਦੇ ਹੁਣ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੋ ਚੁੱਕੇ ਹੈਗੇ ਨੇ। ਤਾਂ ਫਿਰ ਇਹ ਸਭ ਕੁਝ ਕੀ ਹੁੰਦਾ ਜਾ ਰਿਹਾ ਹੈਗਾ? ਦੇਖੋ, ਜਿਹੜੇ ਲੋਕ ਮੀਟਿੰਗ ਕਰ ਰਹੇ ਨੇ, ਅੱਛੀ ਗੱਲ ਤਾਂ ਇਹ ਹੈ ਤੁਸੀਂ ਇਹ ਸਾਰੇ ਸਵਾਲ ਉਹਨਾਂ ਨੂੰ ਕਰ ਲੈਂਦੇ। ਮੈਨੂੰ ਇਸ ਮੀਟਿੰਗ ਬਾਰੇ ਨਾ ਕੋਈ ਪਤਾ ਹੈ ਤੇ ਨਾ ਹੀ ਮੈਨੂੰ ਹਾਲੇ ਤੱਕ ਕੋਈ ਸੂਹ ਮਿਲਿਆ ਮੀਟਿੰਗ 'ਚ ਹੋਇਆ ਕੀ ਹੈ ਜਾਂ ਹੋਣਾ ਕੀ ਹੈ। ਮੇਰੀ ਗੱਲ ਤਾਂ ਸਿਰਫ ਇੰਨੀ ਹੈ ਵੀ ਮੈਂ ਇੱਕ ਕਾਂਗਰਸ ਦਾ ਵਰਕਰ ਹੈ ਜੀ। ਲੋਕਾਂ ਨੇ ਮੈਨੂੰ ਵੋਟਾਂ ਪਾ ਕੇ MP ਬਣਾਇਆ ਹੋਇਆ, ਜੋ ਮੇਰੀ ਡਿਊਟੀ ਲੱਗੀ ਹੋਈ ਹੈ ਲੋਕਾਂ ਦੀ ਸੇਵਾ ਦੀ, ਉਹ ਮੈਂ ਕਰ ਰਿਹਾ ਔਰ ਕਰਦਾ ਰਹੂੰ। ਸਹੀ ਸਾਹਿਬ, ਤੁਹਾਨੂੰ ਕੋਈ ਆਇਆ ਹੁਣ ਤੱਕ ਬੁਲਾਵਾ ਕਿਸੇ ਸਾਂਸਦ ਦੇ ਵੱਲੋਂ, ਕਿਸੇ MLA ਦੇ ਵੱਲੋਂ ਕਿ ਆਓ ਆਪਾਂ ਮੀਟਿੰਗ ਕਰਦੇ ਹੈਗੇ? ਕਿਉਂਕਿ ਕੌਂਸਟੀਟੂਐਂਸੀ ਤਾਂ ਤੁਹਾਡੀ ਹੈਗੀ ਹੈ ਨਾ, ਇੱਕ ਦੁਖਾਂਤ ਤਾਂ ਉਸੇ ਕੌਂਸਟੀਟੂਐਂਸੀ ਦੇ ਵਿੱਚ ਵਾਪਰਦਾ ਹੈਗਾ, ਉਸ ਦੇ ਵਿੱਚੋਂ ਲੋਕ ਇਨਸਾਫ ਦੀ ਮੰਗ ਕਰਦੇ ਹੈਗੇ ਨੇ। ਔਰ ਜੇਕਰ ਇੱਦਾਂ ਹੀ ਚੱਲਦਾ ਰਿਹਾ 2022 ਦੇ ਵਿੱਚ ਕਾਂਗਰਸੀ ਵਿਧਾਇਕ ਆਪ ਕਹਿ ਰਹੇ ਨੇ, ਮੰਤਰੀ ਆਪ ਕਹਿ ਰਹੇ ਨੇ ਸਾਡਾ ਪਿੰਡਾਂ ਦੇ ਵਿੱਚ ਵੜਨਾ ਔਖਾ ਹੋ ਜਾਣਾ। ਸਰ ਗੱਲ ਇਹ ਹੈ, ਮੈਂ ਤੁਹਾਨੂੰ ਸਿੱਧੀ ਜੀ ਗੱਲ ਦੱਸਦਾ, ਜੇ ਮੈਂ ਕੋਈ ਗੱਲ ਕਹਿਤੀ ਫਿਰ ਤੁਸੀਂ ਉਹਦਾ ਨਾਮ ਦੱਸੋ। ਕਈ ਗੱਲਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਜ਼ਬਾਨ ਤੋਂ ਨਹੀਂ ਕੱਢਣੀਆਂ ਚਾਹੀਦੀਆਂ। ਮੈਨੂੰ ਇੱਕ ਫੋਨ ਆਇਆ ਜੀ, ਜਦੋਂ ਫੋਨ ਆਇਆ ਉਹ ਮੇਰੇ ਇਲਾਕੇ ਦਾ ਹੀ ਸੀਗਾ। ਉਹਨਾਂ ਨੇ ਕਿਸੇ ਮੰਤਰੀ ਜੀ ਨਾਲ ਗੱਲ ਕੀਤੀ ਹੋਣੀ ਆ ਵੀ ਸਦੀਕ ਸਾਊ ਬੰਦਾ ਹੈ, ਉਹਦੇ ਨਾਲ ਚੰਗੀ ਨਹੀਂ ਕੀਤਾ, ਇਸ ਕਰਕੇ ਇਸ ਗੱਲ ਦਾ ਸੰਗਿਆਨ ਲਵੋ ਵੀ ਇਹਨੂੰ ਠੀਕ ਕਰੋ। ਉਹ ਕਹਿੰਦਾ ਸਦੀਕ ਸਾਡੇ ਨਾਲ ਆ ਜਾਵੇ, ਅਸੀਂ ਠੀਕ ਕਰ ਦੇਵਾਂਗੇ।
ਉਹਨੇ ਮੈਨੂੰ ਫੋਨ ਕਰਤਾ, ਕਹਿੰਦਾ ਜੀ ਉਹ ਸਾਡੇ ਨਾਲ ਆ ਜਾਵੇ। ਮੈਂ ਕਿਹਾ ਭਾਈ ਉਹਨਾਂ ਦਾ ਘਰ ਮੁਬਾਰਕ, ਮੈਨੂੰ ਮੇਰੀ ਆਪਣੀ ਝੋਪੜੀ ਮੁਬਾਰਕ, ਮੈਂ ਕਿਤੇ ਜਾਣ ਨੂੰ ਤਿਆਰ ਨਹੀਂ। ਧੜੇਬੰਦੀ ਹੋ ਰਹੀ ਹੈਗੀ ਹੈ, ਅਲੱਗ-ਅਲੱਗ ਧੜੇ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਦੇਖੋ ਜਿਹੜੀ ਹਿਲਜੁਲ ਹੈ ਇਹਦੇ ਨਾਲ ਤਾਂ ਇਹੀ ਲੱਗਦਾ, ਪਰ ਮੈਂ ਸਮਝਦਾ ਕੈਪਟਨ ਮਹਾਰਾਜਾ ਅਮਰਿੰਦਰ ਸਿੰਘ ਜੀ ਉਹ ਬਹੁਤ ਸਿਆਣੇ ਨੇ, ਉਹ ਇਹ ਸਾਰਾ ਮਸਲਾ ਜਿਹੜਾ ਹੈ ਨਾ ਇਹਨੂੰ ਹੱਲ ਕਰ ਲੈਣਗੇ, ਸਾਰੀ ਪ੍ਰੋਬਲਮ ਨੂੰ ਸੋਲਵ ਕਰ ਲੈਣਗੇ। ਤਾਂ ਕੁਸ਼ਲਦੀਪ ਕੁੱਕੀ ਢਿੱਲੋਂ ਨਾਲ ਜਦੋਂ ਮਸਲਾ ਵਾਪਰਦਾ ਹੈਗਾ ਉਸ ਤੋਂ ਬਾਅਦ ਤੁਹਾਨੂੰ ਫੋਨ ਆਉਂਦਾ ਹੈਗਾ ਕਿ ਸਦੀਕ ਸਾਡੇ ਧੜੇ ਦੇ ਵਿੱਚ ਆ ਜਾਣ ਤਾਂ ਅਸੀਂ ਹੱਲ ਕਰ ਦੇਵਾਂਗੇ। ਜੀ ਹਾਂ, ਇਹਦਾ ਅੱਜ ਹੀ ਆਇਆ ਸੀ। ਅੱਛਾ, ਅੱਜ ਹੀ ਆ ਗਿਆ ਫੋਨ। ਤਾਂ ਇਹ ਕਾਂਗਰਸ ਦੇ ਵਿੱਚ ਚੱਲ ਰਿਹਾ ਹੈਗਾ। ਸਦੀਕ ਸਾਹਿਬ ਦੇਖੋ, ਵੈਸੇ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈਗੀ ਹੈ ਕਿ ਕਿਵੇਂ ਐਂਟੀ ਇਨਕੰਬੈਂਸੀ ਜਿਹੜੀ ਹੈਗੀ ਉਹ ਖੜੀ ਹੋਈ ਹੈ। ਤਾਂ ਕੀ ਸੰਸਦ ਦਾ ਫੋਨ ਆਇਆ ਸੀ, ਵਿਧਾਇਕ ਦਾ ਆਇਆ ਸੀਗਾ? ਨਹੀਂ, ਮੈਨੂੰ ਮੇਰੇ ਹਲਕੇ ਦਾ ਫੋਨ ਆਇਆ ਸੀਗਾ, ਉਹਨੂੰ ਕਿਸੇ ਵਜ਼ੀਰ ਨੇ ਕਹਿਤਾ, ਉਹਨੇ ਵਜ਼ੀਰ ਨੂੰ ਕਹਿਤਾ ਬਈ ਜੀ ਐਂ ਨਾ ਕਰੋ, ਵਿਚਾਰਾ ਸਾਊ ਆਦਮੀ ਆ, ਸਾਡੀ ਉੱਥੇ ਸੇਵਾ ਕਰਦਾ ਫਿਰਦਾ, ਇਸ ਕਰਕੇ ਥੋੜ੍ਹਾ ਜਿਹਾ ਖਿਆਲ ਕਰੋ, ਸੰਗਿਆਨ ਲਵੋ ਇਸ ਗੱਲ ਦਾ ਵੀ ਉਹਦੇ ਨਾਲ ਐਂ ਕਿਉਂ ਹੋਇਆ। ਉਹ ਕਹਿੰਦੇ ਅੱਜ ਹੀ ਸੰਗਿਆਨ ਲੈ ਲੈਂਦੇ ਆ, ਸਾਡੇ ਧੜੇ 'ਚ ਜਾਵੇ। ਤਾਂ ਸਾਡੇ ਧੜੇ ਦੇ ਵਿੱਚ ਕਿਸੇ ਚੰਨੀ ਸਾਹਿਬ ਦਾ ਤੁਹਾਨੂੰ ਫੋਨ ਆ ਗਿਆ, ਕਿਉਂਕਿ ਦਲਿਤਾਂ ਨੇ ਉਹਨਾਂ ਨੇ ਮੀਟਿੰਗ ਕੀਤੀ ਹੈਗੀ ਹੈ, ਸਾਰਿਆਂ ਨੇ ਉਹਨਾਂ ਨੇ ਕਿਹਾ ਹੋਊਗਾ ਕਿ ਧੜੇ ਦੇ ਵਿੱਚ ਹੋਰ ਸ਼ਾਮਲ ਕਰ ਲੈਂਦੇ। ਮੈਂ ਖੁਦ ਦਲਿਤ ਹਾਂਗਾ, ਮੈਂ ਖੁਦ ਦਲਿਤ ਹਾਂ, ਮੈਂ ਦਲਿਤ ਦੀ ਸੀਟ ਤੋਂ MLA ਬਣਿਆ, ਦਲਿਤ ਦੀ ਸੀਟ ਤੋਂ ਮੈਂ ਆਪਣੇ MP ਬਣਿਆ, ਮੈਂ ਖੁਦ ਦਲਿਤ ਹਾਂ। ਮੈਂ ਇਹ ਨਹੀਂ ਕਹੂੰਗਾ ਵੀ ਮੈਂ ਦਲਿਤ ਦੇ ਜਾਊਂਗਾ ਨਹੀਂ ਜਾਂ ਨਹੀਂ ਹੈ, ਐਸੀ ਗੱਲ ਨਹੀਂ ਹੈ ਹਾਂਜੀ। ਮੈਂ ਤਾਂ ਜੋ ਮੈਨੂੰ ਲੋਕਾਂ ਨੇ ਬਣਾਇਆ, ਮੈਂ ਤਾਂ ਉਹੀ ਰਹੂੰਗਾ। ਲੇਕਿਨ ਇਹ ਅਲੱਗਾ ਸੋਚ ਹੈ, ਤੁਸੀਂ ਖੜੇ ਕਿੱਥੇ ਹੋ, ਕਿੱਧਰ ਨੂੰ ਜਾਣਾ ਹੈ, ਇਹ ਆਪਣੀ ਆਪਣੀ ਸੋਚ ਹੈ। ਤਾਂ ਕੀ ਲੱਗਦਾ ਹੈਗਾ ਇਹ ਕਲੇਸ਼ ਖਤਮ ਹੋਊਗਾ, ਤੁਹਾਨੂੰ ਲੱਗਦਾ? ਹੋ ਜਾਊਗਾ। ਮੈਂ ਤੁਹਾਨੂੰ ਸਾਫ਼ ਗੱਲ ਦੱਸ ਦਿੰਦਾ, ਇਹ ਕਲੇਸ਼ ਵੱਧ ਤੋਂ ਵੱਧ 15-20 ਦਿਨ ਦਾ ਕਲੇਸ਼ ਹੈ। ਪ੍ਰਤਾਪ ਬਾਜਵਾ ਕਹਿੰਦੇ ਹਫਤਾ ਰੁਕ ਜਾਓ, ਬਹੁਤ ਵੱਡਾ ਕੁਝ ਇੱਥੇ ਫੇਰ ਬਦਲ ਹੋਣ ਵਾਲਾ ਹੈਗਾ। ਜੋ ਸਾਡੇ ਸੋਰਸ ਹੈਗੇ ਨੇ ਉਹ ਇਹ ਵੀ ਸਾਨੂੰ ਦੱਸਦੇ ਹੈਗੇ ਨੇ ਕਿ ਜਿਹੜੀ ਨਵਜੋਤ ਸਿੰਘ ਸਿੱਧੂ ਵਾਲੀ ਪਾਵਰ ਮਿਨਿਸਟਰੀ ਸੀਗੀ ਉਹ ਵੀ ਜਲਦ ਭਰਨ ਵਾਲੀ ਹੈਗੀ ਹੈ। ਕੈਪਟਨ ਅਮਰਿੰਦਰ ਸਿੰਘ ਉਹਨੂੰ ਵੀ ਭਰ ਦੇਣਗੇ। ਕੱਲ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਜਿਹੜਾ ਹੈਗਾ ਉਹ ਬਿਆਨ ਭਿਜਵਾਇਆ ਹੈਗਾ। ਸੁੰਦਰ ਸ਼ਾਮ ਅਰੋੜਾ ਹੋ ਗਏ, ਬ੍ਰਹਮ ਇੰਦਰਾ ਹੋ ਗਏ, ਸਾਊ ਸਿੰਘ ਧਰਮਸੋਤ ਹੋ ਗਏ। ਇਹ ਕਹਿੰਦੇ ਡਿਸਪਲਿਨਰੀ ਜਿਹੜਾ ਐਕਸ਼ਨ ਹੈਗਾ ਉਹ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਲੈਣਾ ਚਾਹੀਦਾ। ਲੱਗਦਾ ਕਿ ਨਵਜੋਤ ਸਿੰਘ ਸਿੱਧੂ ਅਨੁਸ਼ਾਸਨ ਭੰਗ ਕਰ ਰਹੇ ਨੇ ਔਰ ਇਹਨਾਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ। ਤੁਸੀਂ ਆਪਣੇ ਮੂੰਹੋਂ ਕਹਿ ਦਿੱਤਾ ਵੀ ਬਾਜਵਾ ਸਾਹਿਬ ਨੇ ਕਹਿਤਾ ਵੀ 10-15 ਦਿਨ ਦੇ ਅੰਦਰ ਹੋ ਜਾਊਗਾ। ਮੈਂ ਗਲਤੀ ਕਰ ਬੈਠਾ, ਮੈਂ ਮਹੀਨਾ ਕਹਿ ਦਿੱਤਾ ਤਾਂ ਜੀ 15 ਦਿਨ 'ਚ ਸਭ ਸੋਲਵ ਹੋ ਜਾਊਗਾ, ਬੇਫਿਕਰ ਰਹੋ। ਉਹ ਕਹਿੰਦੇ ਸੋਲਵ ਨਹੀਂ ਹੋਊਗਾ, ਕਹਿੰਦੇ ਪਟਾਕਾ ਪਊ। ਨੋ, ਕੋਈ ਪਟਾਕਾ ਨਹੀਂ ਪਊਗਾ, ਐਨ ਬਿਲਕੁਲ ਸ਼ਾਂਤ ਹੋ ਜਾਊਗਾ। ਜਿਵੇਂ ਜਵਾਰ ਭਾਟਾ ਸ਼ਾਂਤ ਹੋ ਜਾਂਦਾ ਨਾ, ਜਿਵੇਂ ਹੋ ਜਾਊਗਾ। ਤੇ ਇਨਸਾਫ ਫਿਰ ਕਿਵੇਂ ਮਿਲੂਗਾ? ਇਨਸਾਫ ਵੀ ਮਿਲੂਗਾ, ਇਨਸਾਫ ਨਾਲ ਹੀ ਸ਼ਾਂਤ ਹੋਊਗਾ। ਐਸੀ ਕੋਈ ਗੱਲ ਨਹੀਂ ਹੈ ਵੀ ਇਨਸਾਫ ਨਾ ਮਿਲੇ। ਜੇ ਇਨਸਾਫ ਨਹੀਂ ਮਿਲਦਾ ਫਿਰ ਤਾਂ ਹੋਰ ਭੁੜਕਦਾ ਬੰਦਾ। ਇਨਸਾਫ ਮਿਲੂਗਾ, ਸਭ ਨੂੰ ਮਿਲੂਗਾ। ਗੱਲ ਸਿਰਫ ਇੰਨੀ ਹੈ, ਕਈ ਲੋਕ ਸਬਰ ਨਾਲ ਇਨਸਾਫ ਲੈ ਲੈਂਦੇ ਨੇ, ਕਈ ਲੋਕ ਰੌਲਾ ਪਾ ਕੇ ਲੈ ਲੈਂਦੇ, ਇੰਨਾ ਕੀ, ਹੋਰ ਕੁਝ ਨਹੀਂ। ਬਹੁਤ ਬਹੁਤ ਧੰਨਵਾਦ। ਤਾਂ ਕਾਂਗਰਸ ਦੇ ਵਿੱਚ ਸਭ ਕੁਝ ਠੀਕ ਨਹੀਂ ਹੈ, ਗੱਲਬਾਤ ਹੋ ਰਹੀ ਸੀਗੀ। ਹਾਲਾਂਕਿ ਦੇਖੋ ਸਦੀਕ ਸਾਹਿਬ ਆਪਣੀ ਜਿਹੜੀ ਹੈ ਉਹ ਦਿੱਕਤ ਲੈ ਕੇ, ਆਪਣੀ ਪ੍ਰੋਬਲਮ ਲੈ ਕੇ ਅੱਜ ਕੈਪਟਨ ਅਮਰਿੰਦਰ ਸਿੰਘ ਦੇ ਇੱਥੇ ਘਰ ਦੇ ਬਾਹਰ ਪਹੁੰਚੇ ਸੀ ਔਰ ਇਹਨਾਂ ਨੂੰ ਹੀ ਫੋਨ ਆਉਣੇ ਲੱਗ ਗਏ ਕਿ ਸਾਡੇ ਧੜੇ ਦੇ ਵਿੱਚ ਆ ਜਾਓ ਤੇ ਅਸੀਂ ਤੁਹਾਡਾ ਮਸਲਾ ਜਿਹੜਾ ਹੈਗਾ ਉਹ ਹੱਲ ਕਰਵਾ ਦਿੰਦੇ ਹਾਂ। ਤਾਂ ਕਾਂਗਰਸ ਦੇ ਵਿੱਚ ਇਸ ਤਰੀਕੇ ਦੇ ਨਾਲ ਧੜੇਬੰਦੀ ਜਿਹੜੀ ਹੈਗੀ ਆ ਉਹ ਸ਼ੁਰੂ ਹੋ ਚੁੱਕੀ ਹੈ। ਕਾਂਗਰਸੀ ਮੰਤਰੀ ਵਿਧਾਇਕ ਹੀ ਆਪਣੇ ਆਪਣੇ ਧੜਿਆਂ ਦੇ ਵਿੱਚ ਲੋਕਾਂ ਨੂੰ ਸ਼ਾਮਲ ਕਰਨ ਦੇ ਲਈ ਕੋਸ਼ਿਸ਼ਾਂ ਕਰ ਰਹੇ ਨੇ, ਸੰਸਦਾਂ ਨੂੰ ਫੋਨ ਕਰ ਰਹੇ ਨੇ ਔਰ ਮਸਲੇ ਦਾ ਹੱਲ ਕਰਵਾਉਣ ਦੇ ਲਈ ਉਹ ਅੱਗੇ ਆ ਰਹੇ ਨੇ। ਪਰ ਦੇਖਣਾ ਹੋਊਗਾ ਕਿ ਜਿਹੜੇ ਮਸਲੇ ਨੂੰ ਲੈ ਕੇ ਇਹ ਸਭ ਕੁਝ ਹੋਇਆ ਹੈ ਉਸ ਮਸਲੇ ਦਾ ਹੱਲ ਕਦੋਂ ਹੁੰਦਾ ਹੈ ਔਰ ਲੋਕਾਂ ਨੂੰ ਇਨਸਾਫ ਕਦੋਂ ਮਿਲਦਾ ਹੈ। ਕੈਮਰਾਮੈਨ ਬਲਜਿੰਦਰ ਦੇ ਨਾਲ ਗਗਨਦੀਪ ਸਿੰਘ, TV ਪੰਜਾਬ, ਚੰਡੀਗੜ੍ਹ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।